हेलो दोस्तों, इंडियन गवर्नमेंट ने 14 जून 2022 ਨੂੰ ਇੱਕ ਨਵੀਂ ਸਕੀਮ ਇੰਟਰੋਡਿਊਸ ਕੀਤੀ ਇੰਡੀਅਨ ਆਰਮਡ ਫੋਰਸਿਸ ਵਿੱਚ ਰਿਕਰੂਟਮੈਂਟ ਦੇ ਲਈ, ਜਿਸ ਦਾ ਨਾਮ ਸੀ ਅਗਨੀਪਥ। ਇਸ ਸਕੀਮ ਨੂੰ ਅਨਾਉਂਸ ਹੋਏ ਅਜੇ ਕੁਝ ਦਿਨ ਹੀ ਲੰਘੇ ਸੀ ਕਿ ਦੇਸ਼ ਦਾ ਯੂਥ ਇਸ ਦੇ ਖਿਲਾਫ ਸੜਕਾਂ ਉੱਤੇ ਉਤਰ ਆਇਆ। ਹਮੇਸ਼ਾ ਦੀ ਤਰ੍ਹਾਂ ਕੁਝ ਪ੍ਰੋਟੈਸਟ ਵਾਇਲੈਂਟ ਹੋ ਗਏ, ਪਬਲਿਕ ਪ੍ਰਾਪਰਟੀ ਦੇ ਭੰਨਤੋੜ ਹੋਈ, ਕਾਫੀ ਜਗ੍ਹਾ ਉੱਤੇ ਅੱਗ ਵੀ ਲਗਾ ਦਿੱਤੀ ਗਈ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਸਕੀਮ ਇੰਨੀ ਜ਼ਿਆਦਾ ਕੰਟਰੋਵਰਸ਼ੀਅਲ ਕਿਉਂ ਹੈ? ਯੂਥ ਦੇ ਵਿੱਚ ਇੰਨਾ ਗੁੱਸਾ, ਇੰਨੀ ਨਾਰਾਜ਼ਗੀ ਸਕੀਮ ਨੂੰ ਲੈ ਕੇ ਕਿਉਂ ਹੈ? ਸੋ ਦੋਸਤੋ, ਆਓ ਇਸ ਵੀਡੀਓ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਸਕੀਮ ਦੇ ਕੀ ਫਾਇਦੇ ਹਨ ਤੇ ਕੀ ਨੁਕਸਾਨ। ਇਸ ਸਕੀਮ ਦੇ ਤਹਿਤ 17.5 ਸਾਲ ਦੀ ਉਮਰ ਤੋਂ 21 ਸਾਲ ਦੇ ਨੌਜਵਾਨਾਂ ਨੂੰ ਇੰਡੀਅਨ ਆਰਮੀ ਵਿੱਚ ਭਰਤੀ ਕੀਤਾ ਜਾਵੇਗਾ, ਸਿਰਫ 4 ਸਾਲ ਦੇ ਲਈ। ਇਨ੍ਹਾਂ ਭਰਤੀ ਹੋਏ ਨੌਜਵਾਨਾਂ ਨੂੰ ਅਗਨੀਵੀਰ ਦਾ ਨਾਮ ਦਿੱਤਾ ਜਾਵੇਗਾ। ਹਰ ਸਾਲ ਲਗਭਗ 50,000 ਅਗਨੀਵੀਰਾਂ ਨੂੰ ਭਰਤੀ ਕੀਤਾ ਜਾਵੇਗਾ ਇੰਡੀਅਨ ਆਰਮੀ ਦੇ 3 ਅੰਗਾਂ ਵਿੱਚ। ਇਹ ਭਰਤੀ ਸਿਰਫ ਨੌਨ ਕਮਿਸ਼ਨ ਰੈਂਕ ਦੇ ਲਈ ਹੋਵੇਗੀ, ਮਤਲਬ ਅਫੀਸ਼ੀਅਲ ਪਦਾਂ ਤੋਂ ਨੀਚੇ ਦੇ ਲਈ। 4 ਸਾਲ ਪੂਰੇ ਹੋਣ ਤੋਂ ਬਾਅਦ 75% ਨੌਜਵਾਨਾਂ ਨੂੰ ਰਿਟਾਇਰ ਤੇ 25% ਨੌਜਵਾਨਾਂ ਨੂੰ ਰਿਟੇਨ ਕਰ ਲਿਆ ਜਾਵੇਗਾ। ਇਸ ਵਿੱਚ ਇਹਨਾਂ ਅਗਨੀਵੀਰਾਂ ਦਾ ਸੈਲਰੀ ਪੈਕੇਜ ਪਹਿਲੇ ਸਾਲ 30,000 ਰੁਪਇਆ ਪਰ ਮੰਥ, 21,000 ਜਿਸ ਵਿੱਚੋਂ ਇਨ ਹੈਂਡ 9,000 ਰੁਪਏ ਇਹਨਾਂ ਦਾ ਰਿਟਾਇਰਮੈਂਟ ਫੰਡ ਲਈ ਜਮ੍ਹਾਂ ਹੋ ਜਾਏਗਾ। ਦੂਜੇ ਸਾਲ ਇਸੇ ਤਰ੍ਹਾਂ 33,000, ਤੀਜੇ ਸਾਲ 36 ਤੇ ਚੌਥੇ ਸਾਲ 40,000 ਰੁਪਇਆ ਇਹਨਾਂ ਨੂੰ ਸੈਲਰੀ ਮਿਲੇਗੀ। 4 ਸਾਲ ਪੂਰੇ ਹੋਣ ਤੋਂ ਬਾਅਦ ਸਰਕਾਰ ਇਹਨਾਂ ਅਗਨੀਵੀਰਾਂ ਨੂੰ ਇੱਕ ਪੈਕੇਜ ਦੇਵੇਗੀ, ਜਿਸ ਦਾ ਨਾਮ ਸਰਕਾਰ ਨੇ ਸੇਵਾ ਨਿਧੀ ਪੈਕੇਜ ਰੱਖਿਆ ਹੈ, ਜਿਸ ਵਿੱਚ ਰਿਟਾਇਰਡ ਹੋਣ ਵਾਲੇ ਅਗਨੀਵੀਰਾਂ ਨੂੰ ਲਗਭਗ 11 ਤੋਂ 12 ਲੱਖ ਰੁਪਏ ਦੇ ਕਰੀਬ ਪੈਸੇ ਮਿਲਣਗੇ, ਜਿਸ 'ਚੋਂ ਅੱਧਾ ਪੈਸਾ ਇਹਨਾਂ ਦੇ ਰਿਟਾਇਰਮੈਂਟ ਫੰਡ ਅਤੇ ਅੱਧਾ ਪੈਸਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਸਰਕਾਰ ਵਾਅਦਾ ਕਰ ਰਹੀ ਹੈ ਕਿ ਉਹ ਲੋਕਾਂ ਨੂੰ ਨੌਕਰੀਆਂ ਦੇਵੇਗੀ, ਇੰਪਲੋਇਮੈਂਟ ਜਨਰੇਸ਼ਨ ਹੋਵੇਗੀ, ਬਟ ਰਿਐਲਿਟੀ ਇਹ ਹੈ ਕਿ 75% ਅਗਨੀਵੀਰਾਂ ਨੂੰ ਸਿਰਫ 4 ਸਾਲ ਦੀ ਨੌਕਰੀ ਮਿਲ ਰਹੀ ਹੈ। 4 ਸਾਲ ਤੋਂ ਬਾਅਦ ਉਹ ਫਿਰ ਤੋਂ ਅਨਐਮਪਲੋਇਡ ਹੋ ਜਾਣਗੇ, ਜਿਸ ਵਿੱਚ ਕੋਈ ਜੌਬ ਸਿਕਿਉਰਿਟੀ ਨਹੀਂ ਹੈ, ਨਾ ਹੀ ਕੋਈ ਪੈਨਸ਼ਨ, ਨਾ ਹੀ ਕੋਈ ਮੈਡੀਕਲ ਬੈਨੀਫਿਟਸ ਹਨ। ਇਸ ਤੋਂ ਪਹਿਲਾਂ ਜੋ ਸ਼ਹੀਦ ਹੋਣ ਵਾਲੇ ਨੌਜਵਾਨਾਂ ਦੀ ਫੈਮਿਲੀ ਨੂੰ ਬੈਨੀਫਿਟਸ ਮਿਲਦੇ ਸਨ, ਉਹ ਬੈਨੀਫਿਟਸ ਵੀ ਨਹੀਂ ਮਿਲਣਗੇ। ਅਸਲ ਦੇ ਵਿੱਚ ਮੇਨ ਕਾਰਨ ਇਹੀ ਹੈ ਦੋਸਤੋ, ਜੇ ਦੇਸ਼ ਦੇ ਯੂਥ ਦਾ ਸੜਕਾਂ 'ਤੇ ਆ ਜਾਣਾ ਅਗਨੀਪਥ ਸਕੀਮ ਦੇ ਖਿਲਾਫ ਪ੍ਰੋਟੈਸਟ ਕਰਨ ਦੇ ਲਈ, ਇਹੀ ਮੇਨ ਕਾਰਨ ਹੈ। ਜੋ 30 ਤੋਂ 40 ਲੱਖ ਨੌਜਵਾਨ ਹਰ ਰੋਜ਼ ਟ੍ਰੇਨਿੰਗ ਕਰ ਰਹੇ ਸੀ, ਮਿਹਨਤ ਕਰ ਰਹੇ ਸੀ, ਭਰਤੀ ਦੀ ਤਿਆਰੀ ਕਰ ਰਹੇ ਸਨ ਵੀ 2 ਸਾਲ ਬਾਅਦ ਹੁਣ ਭਰਤੀ ਆਵੇਗੀ, ਉਹਨਾਂ ਸਾਰਿਆਂ ਲਈ ਇਹ ਬਹੁਤ ਵੱਡਾ ਸਰਪ੍ਰਾਈਜ਼ ਸੀ। ਸਰਕਾਰ ਐਵੇਂ ਦੀਆਂ ਭਰਤੀਆਂ ਕਰਕੇ 10 ਤੋਂ 15 ਸਾਲ ਦੇ ਵਿੱਚ ਘੱਟੋ ਘੱਟ ਮੈਨ ਪਾਵਰ, ਜ਼ਿਆਦਾ ਹਥਿਆਰ ਤੇ ਬਿਨਾਂ ਪੈਨਸ਼ਨ ਵਾਲੀ ਆਰਮੀ ਖੜੀ ਕਰਨੀ ਚਾਹੁੰਦੀ ਹੈ। ਸਰਕਾਰ ਦੀਆਂ ਇਹਨਾਂ ਨੀਤੀਆਂ ਨੂੰ ਜੌਬ ਦੇਣਾ ਨਹੀਂ, ਸਗੋਂ ਮਜਬੂਰੀ ਦਾ ਫਾਇਦਾ ਚੁੱਕਣਾ ਹੀ ਕਿਹਾ ਜਾਵੇਗਾ। ਇਸ ਕਰਕੇ ਹੀ ਦੇਸ਼ ਦਾ ਯੂਥ ਸੜਕਾਂ ਉੱਤੇ ਆ ਗਿਆ ਹੈ ਕਿ ਅਗਰ ਪੈਨਸ਼ਨ ਹੀ ਬੰਦ ਕਰਨੀ ਸੀ, MPs MLA ਦੀ ਕਿਉਂ ਨਹੀਂ, ਜੋ ਡਬਲ ਪੈਨਸ਼ਨ ਲੈ ਰਹੇ ਹਨ, ਆਖਿਰ ਇਹਨਾਂ ਨੌਜਵਾਨਾਂ ਦੀ ਕਿਉਂ? ਜੇਕਰ ਇਹੋ ਜਿਹੀ ਸਕੀਮ MPs MLAs ਲਈ ਹੁੰਦੀ ਤਾਂ ਜ਼ਿਆਦਾ ਬਿਹਤਰ ਹੁੰਦਾ। ਇੱਕ ਚੀਜ਼ ਹੋਰ ਕਿ ਇਸ ਪਰਟੀਕੂਲਰ ਏਜ ਵਿੱਚ ਲਗਭਗ ਨੌਜਵਾਨ ਅਨਮੈਰਿਡ ਹੀ ਰਹਿਣਗੇ। ਜਦੋਂ ਆਪਣੇ 4 ਸਾਲ ਪੂਰੇ ਕਰਕੇ ਨਿਕਲਣਗੇ ਤਾਂ ਉਹਨਾਂ ਦੀ ਉਮਰ 25 ਸਾਲ ਹੋਵੇਗੀ ਅਤੇ 25 ਸਾਲ ਦੀ ਉਮਰ ਵਿੱਚ ਨੌਜਵਾਨ ਲਗਭਗ ਅਨਮੈਰਿਡ ਹੀ ਹੋਣਗੇ। ਕੋਈ ਵੀ ਉਸ ਟਾਈਮ ਉਹਨਾਂ ਕੋਲ ਕੋਈ ਵੀ ਲਾਇਬਿਲਿਟੀ ਨਹੀਂ ਹੈ ਸਰਕਾਰ ਵੱਲੋਂ ਇਸ ਸਕੀਮ ਦੇ ਹਿਸਾਬ ਨਾਲ। ਐਕਸਪਰਟਸ ਦਾ ਵੀ ਇਹੀ ਮੰਨਣਾ ਹੈ ਕਿ ਜਿਸ ਮੋਟਿਵ ਨਾਲ ਸਰਕਾਰ ਇਸ ਸਕੀਮ ਨੂੰ ਇੰਪਲੀਮੈਂਟ ਕਰ ਰਹੀ ਹੈ, ਉਹ ਵੀ ਓਨੀ ਪਰਫੈਕਟ ਨਹੀਂ ਹੈ। ਇੱਕ ਜਵਾਨ ਨੂੰ ਟ੍ਰੇਨ ਕਰਨ 'ਤੇ ਲਗਭਗ 80 ਤੋਂ 90 ਲੱਖ ਰੁਪਏ ਦਾ ਖਰਚਾ ਆਉਂਦਾ ਹੈ, ਪਰ ਪਹਿਲਾਂ ਜਦੋਂ ਇੰਨਾ ਪੈਸਾ ਇੱਕ ਜਵਾਨ 'ਤੇ ਲੱਗਦਾ ਸੀ ਤਾਂ ਤਕਰੀਬਨ 40 ਸਾਲ ਤੱਕ ਦੀ ਆਰਮੀ ਸਰਵ ਕਰਦਾ ਸੀ, ਅਤੇ ਹੁਣ ਪੈਸਾ ਤਾਂ ਓਨਾ ਹੀ ਲੱਗੇਗਾ ਪਰ ਸਰਵਿਸ ਸਿਰਫ 4 ਸਾਲ। ਉਸ ਤੋਂ ਬਾਅਦ ਉਸ ਨੂੰ ਤੁਸੀਂ ਸੁਸਾਇਟੀ ਵਿੱਚ ਛੱਡ ਦੇਵੋਗੇ, ਮਤਲਬ ਕਿ ਜੇਕਰ ਸਰਕਾਰ ਨੇ 40 ਸਾਲ ਦੀ ਸਰਵਿਸ ਲੈਣੀ ਹੈ ਤਾਂ ਉਸ ਵਿੱਚ 10 ਅਗਨੀਵੀਰ ਲੱਗਣਗੇ, ਜੋ ਪਹਿਲਾਂ 1 ਲੱਗਦਾ ਸੀ। ਦੇਖਿਆ ਜਾਵੇ ਇਹ ਵੀ ਇੱਕ ਨੁਕਸਾਨ ਹੈ।
ਇਸ ਸਕੀਮ ਵਿੱਚ ਸੁਧਾਰ ਹੋ ਸਕਦੇ ਹਨ, ਜਿਵੇਂ 4 ਸਾਲ ਟ੍ਰੇਨ ਕਰਨ ਤੋਂ ਬਾਅਦ ਅਗਨੀਵੀਰਾਂ ਨੂੰ ਸੁਸਾਇਟੀ ਵਿੱਚ ਛੱਡਣ ਦੀ ਬਜਾਏ ਕਿਤੇ ਨਾ ਕਿਤੇ ਯੂਜ਼ ਕਰ ਲਓ। CRPF, BSF, ITBP ਵਿੱਚ ਯੂਜ਼ ਕਰ ਲਓ, ਕੋਈ ਬੁਰਾ ਨਹੀਂ ਮੰਨੇਗਾ। ਸਭ ਇਸ ਫੈਸਲੇ ਨੂੰ ਸਵੀਕਾਰ ਕਰਨਗੇ। ਸਰਕਾਰ ਦਾ ਵੀ ਮੋਟਿਵ ਪੂਰਾ ਹੋ ਜਾਵੇਗਾ ਅਤੇ ਲੋਕ ਵੀ ਖੁਸ਼ ਹੋ ਜਾਣਗੇ। ਸਰਕਾਰ ਦੇ ਇੰਟੈਂਸ਼ਨ 'ਤੇ ਵੀ ਡਾਊਟ ਦੀ ਕੋਈ ਗੱਲ ਨਹੀਂ ਹੈ ਕਿ ਸਰਕਾਰ ਕੋਈ ਸਾਜ਼ਿਸ਼ ਕਰ ਰਹੀ ਹੈ। ਸਰਕਾਰ ਨੇ ਵੀ ਸੋਚ ਸਮਝ ਕੇ ਲਿਮਟਿਡ ਬਜਟ ਬਣਾ ਕੇ ਕਿਵੇਂ ਇਸ ਨੂੰ ਯੂਜ਼ ਕਰਨਾ ਹੈ, ਉਸੇ ਡਾਇਰੈਕਸ਼ਨ ਵਿੱਚ ਕਦਮ ਉਠਾਏ ਹੋਣਗੇ। ਇਨਫੈਕਟ ਘੱਟੋ ਘੱਟ ਸਰਕਾਰ ਨੇ ਸੋਚਿਆ ਤਾਂ ਸਹੀ ਕਿ ਇੰਡੀਆ ਦੇ ਵਿੱਚ ਵੀ ਡਿਫੈਂਸ ਇਨਫੋਰਮ ਦੀ ਲੋੜ ਹੈ, ਪਰ ਇਹ ਵੀ ਮੰਨਣਾ ਪਵੇਗਾ ਕਿ ਐਗਜ਼ੀਕਿਊਸ਼ਨ ਵਿੱਚ ਇਸ਼ੂ ਹੈ, ਤਾਂ ਕਰਕੇ ਹੀ ਲੋਕ ਇਸ ਸਕੀਮ ਦੇ ਉੱਪਰ ਸਵਾਲ ਉਠਾ ਰਹੇ ਹਨ। ਤਾਈਓ ਤਾਂ ਜਿੰਨੇ ਵੀ ਰਿਟਾਇਰਡ ਸਰਵਿੰਗ ਮੇਜਰ ਜਨਰਲ ਨੇ ਸਭ ਕਹਿ ਰਹੇ ਨੇ ਕਿ ਇਸ ਵਿੱਚ ਇੰਪਰੂਵਮੈਂਟ ਦੀ ਲੋੜ ਹੈ। ਸਰਕਾਰ ਕਹਿ ਰਹੀ ਹੈ ਕਿ ਜਦੋਂ ਉਹ 4 ਸਾਲ ਪੂਰੇ ਕਰਕੇ ਨਿਕਲਣਗੇ ਉਹਨਾਂ ਵਿੱਚ ਬਹੁਤ ਜ਼ਿਆਦਾ ਡਿਸਪਲਿਨ ਹੋਵੇਗਾ, ਉਹਨਾਂ ਦੇ ਰਿਜ਼ਿਊਮੇਬਲ ਵਿੱਚ ਵੇਟ ਹੋਵੇਗਾ। ਜੇ ਦੇਖਿਆ ਜਾਵੇ ਅੱਜ ਤੋਂ ਪਹਿਲਾਂ ਕਿੰਨੇ ਵੀ SSC ਰਿਟਾਇਰਡ ਹੋ ਕੇ ਨਿਕਲੇ ਹਨ, ਉਹਨਾਂ ਨੂੰ ਕਿੱਥੇ ਜੋਬ ਮਿਲੀ ਹੈ। ਜੇਕਰ ਆਪਾਂ ਆਪਣੇ ਆਸ-ਪਾਸ ਵੀ ਦੇਖੀਏ, ਕੋਈ ਕਿਸੇ ਬੈਂਕ, ATM ਜਾਂ ਕਿਸੇ ਕੰਪਨੀ ਵਿੱਚ ਐਜ਼ ਏ ਗਾਰਡ ਨੌਕਰੀ ਤਾਂ ਕਰ ਰਿਹਾ। ਚਲੋ ਇਸ ਦੇ ਕੰਪੈਰੀਜ਼ਨ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅਗਨੀਵੀਰ ਜ਼ਿਆਦਾ ਜੰਗ ਹੋਣਗੇ SSC ਜਵਾਨਾਂ ਦੇ ਮੁਕਾਬਲੇ। ਉਹਨਾਂ ਕੋਲ ਜ਼ਿਆਦਾ ਟਾਈਮ ਹੋਵੇਗਾ ਆਪਣੀ ਲਾਈਫ ਨੂੰ ਬਿਲਡ ਕਰਨ ਲਈ। ਪਰ ਦੇਖਿਆ ਜਾਵੇ ਕਾਰਪੋਰੇਟ ਵਰਲਡ ਵਿੱਚ ਜੇਕਰ ਡਿਸਪਲਿਨ ਨਾਲ ਜੋਬ ਮਿਲਦੀ ਤਾਂ SSC ਦੇ ਜਵਾਨਾਂ ਨੂੰ ATM ਦੇ ਬਾਹਰ ਐਜ਼ ਏ ਗਾਰਡ ਨਾ ਖੜਾ ਹੋਣਾ ਪੈਂਦਾ। ਜੋਬ ਮਿਲਦੀ ਹੈ ਸਕਿੱਲ ਦੇ ਬੇਸਿਸ 'ਤੇ। ਚਲੋ 15% ਟੈਕਨੀਕਲ ਮੰਨ ਲਈਏ ਤਾਂ ਉਸ ਦੇ ਬਾਅਦ ਵੀ 80 ਤੋਂ 85% ਜੋ 4 ਸਾਲ ਬਾਅਦ ਨਿਕਲਣਗੇ, ਕੋਈ .NET ਜਾਂ ਜਾਵਾ ਦੀ ਸਕਿੱਲ ਸਿੱਖ ਕੇ ਨਹੀਂ ਨਿਕਲਣਗੇ, ਉਹ ਵੈਪਨ ਚਲਾਉਣ ਦੀ ਸਕਿੱਲ ਸਿੱਖ ਕੇ ਨਿਕਲਣਗੇ। ਜਦੋਂ ਅਗਨੀਵੀਰ 4 ਸਾਲ ਪੂਰੇ ਕਰਨ ਤੋਂ ਬਾਅਦ ਕਿਸੇ ਜੋਬ ਇੰਟਰਵਿਊ ਵਿੱਚ ਬੈਠਣਗੇ, ਸਭ ਤੋਂ ਟਿਪੀਕਲ ਕੁਐਸਚਨ ਇਹੀ ਹੋਵੇਗਾ ਕਿ ਤੁਸੀਂ 25% ਦੇ ਵਿੱਚ ਕਿਉਂ ਨਹੀਂ ਆਏ, ਤੁਸੀਂ ਰਿਜੈਕਟ ਕਿਉਂ ਹੋ ਗਏ। ਲਾਸਟ 'ਤੇ ਇੱਕ ਗੱਲ ਹੋਰ ਵੀ ਕਹਿਣਾ ਚਾਹਾਂਗਾ, ਥੋੜ੍ਹਾ ਲੌਜੀਕਲ ਸੋਚ ਕੇ ਵੀ ਦੇਖੋ। ਜੋ ਲੋਕ ਟ੍ਰੇਨਾਂ ਚਲਾ ਰਹੇ ਨੇ, ਪਬਲਿਕ ਪ੍ਰੋਪਰਟੀ 'ਤੇ ਭੰਨ ਤੋੜ ਕਰ ਰਹੇ ਨੇ, ਇਹ ਨੁਕਸਾਨ ਕੋਈ ਨੇਤਾ ਆਪਣੀ ਜੇਬ 'ਚੋਂ ਨਹੀਂ ਪੂਰਾ ਕਰੇਗਾ। ਜੋ ਨੁਕਸਾਨ ਤੁਸੀਂ ਕਰ ਰਹੇ ਹੋ ਆਪਣਾ ਖੁਦ ਦਾ ਹੀ ਹੋ ਰਿਹਾ ਹੈ। ਕੋਈ ਵੀ ਅਥਾਰਟੀ ਹੋਵੇ ਉਸ ਨੂੰ ਡਰ ਲੱਗਦਾ ਹੈ ਪੀਸਫੁਲ ਪ੍ਰੋਟੈਸਟ ਤੋਂ। ਜਦੋਂ ਆਪਾਂ ਕੋਈ ਵਾਇਲੈਂਸ ਕਰਦੇ ਹਾਂ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਆਪਣਾ ਪ੍ਰੋਟੈਸਟ ਖਤਮ ਕਰਨ ਲਈ।